ਡੀਡੀ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਅੱਜ ਦੀ ਗੱਲ ਪ੍ਰੋਗਰਾਮ 'ਚ ਬਹੁਤ-ਬਹੁਤ ਸਵਾਗਤ। ਦੋਸਤੋ 2 ਅਕਤੂਬਰ ਆਉਣ ਵਾਲੀ ਔਰ ਮਹਾਤਮਾ ਗਾਂਧੀ ਜੀ ਦਾ ਅਸੀਂ ਜਨਮ ਦਿਵਸ ਜਿਹੜਾ ਇਸ ਦਿਨ ਮਨਾਉਂਦੇ ਆ ਔਰ ਇਸ ਦਿਨ ਨੂੰ ਅਸੀਂ ਸਵੱਛਤਾ ਦੇ ਨਾਲ ਜੋੜ ਕੇ ਇਸ ਵੇਲੇ ਜਿਹੜਾ ਪੂਰੇ ਦੇਸ਼ ਵਿੱਚ ਮਨਾਇਆ ਜਾ ਰਿਹਾ ਔਰ ਇਸ ਦਿਨ ਨੂੰ ਅਸੀਂ ਸਵੱਛਤਾ ਦੇ ਨਾਲ ਜੋੜਿਆ ਹੋਇਆ। ਸਵੱਛਤਾ ਹੀ ਸੇਵਾ। ਸੋ ਕਿਸ ਤਰੀਕੇ ਦੇ ਨਾਲ ਅਸੀਂ ਖੁਦ ਜਿਹੜੀ ਸਵੱਛਤਾ ਰੱਖਾਂਗੇ ਔਰ ਇਸ ਦੇ ਨਾਲ ਮਨੁੱਖਤਾ ਦੀ ਸੇਵਾ ਕਿਸ ਤਰੀਕੇ ਨਾਲ ਹੋਏਗੀ, ਆਪਣਾ ਚੁਗਿਰਦਾ ਅਸੀਂ ਕਿੱਦਾਂ ਸਾਫ਼ ਸੁਥਰਾ ਰੱਖ ਸਕਦੇ ਹਾਂ। ਸੋ ਇਸ ਵਿਸ਼ੇ ਦੇ ਉੱਤੇ ਅੱਜ ਅਸੀਂ ਗੱਲਬਾਤ ਕਰਾਂਗੇ, ਸਵੱਛਤਾ ਹੀ ਸੇਵਾ। ਔਰ ਸਾਡੇ ਸਟੂਡੀਓ 'ਚ ਅਸੀਂ ਬਹੁਤ ਹੀ ਖਾਸ ਮਾਹਿਰ ਮਹਿਮਾਨ ਜਿਹੜੇ ਬੁਲਾਏ। ਸਭ ਤੋਂ ਪਹਿਲਾਂ ਮੈਂ ਤਾਰੁਫ ਕਰਾਉਣਾ, ਮੇਰੇ ਨਾਲ ਬੈਠੇ ਹਨ ਸੰਦੀਪ ਤਿਵਾੜੀ ਜੀ ਜੋ ਕਿ ਅਸਿਸਟੈਂਟ ਕਮਿਸ਼ਨਰ ਮਿਊਨਿਸਪਲ ਕਾਰਪੋਰੇਸ਼ਨ ਹੁਸ਼ਿਆਰਪੁਰ। ਸਰ ਬਹੁਤ-ਬਹੁਤ ਸਵਾਗਤ ਹੈ। ਨਾਲ ਬੈਠੇ ਹਨ ਡਾਕਟਰ ਕਮਲਜੀਤ ਸਿੰਘ ਜੋ ਕਿ ਫਾਊਂਡਰ ਚੇਅਰਮੈਨ ਹੈ ਗ੍ਰੀਨ ਪਲੈਨਟ ਦੇ ਔਰ ਉੱਗੇ ਵਾਤਾਵਰਨ ਪ੍ਰੇਮੀ ਨੇ। ਸਰ ਬਹੁਤ-ਬਹੁਤ ਸਵਾਗਤ ਹੈ ਸਰ ਤੁਹਾਡਾ। ਚਰਚਾ ਆਪਾਂ ਸ਼ੁਰੂ ਕਰਦੇ ਹਾਂ। ਇਸ ਤੋਂ ਪਹਿਲਾਂ ਅਸੀਂ ਪ੍ਰਧਾਨ ਮੰਤਰੀ ਜੀ ਦਾ ਸਵੱਛਤਾ ਹੀ ਸੇਵਾ ਨੂੰ ਲੈ ਕੇ ਇੱਕ ਸੰਦੇਸ਼ ਜਿਹੜਾ ਹੈ ਉਸ ਨੂੰ ਦੇਖਦੇ ਹਾਂ ਤੇ ਉਸ ਤੋਂ ਬਾਅਦ ਅਸੀਂ ਚਰਚਾ ਵਿੱਚ ਸ਼ਾਮਲ ਹੋਵਾਂਗੇ। मुझे इस बात की भी खुशी है कि गांधी जयंती को लेकर पूरे देश में स्वच्छता से संबंधित बहुत सारे कार्यक्रमों का प्लान किया गया है। केंद्र सरकार के सभी कार्यालयों में स्वच्छता ही सेवा अभियान काफी जोर शोर से जारी है। इंडियन स्वच्छता लीग में भी काफी अच्छी भागीदारी देखी जा रही है। आज मैं मन की बात के माध्यम से सभी देशवासियों से एक आग्रह भी करना चाहता हूं। 1 अक्टूबर यानी रविवार को सुबह 10 बजे स्वच्छता पर एक बड़ा आयोजन होने जा रहा है। आप भी अपना वक्त निकालकर स्वच्छता से जुड़े इस अभियान में अपना हाथ बटाएं। आप अपनी गली, आस पड़ोस, पार्क, नदी, सरोवर या फिर किसी दूसरे सार्वजनिक स्थल पर इस स्वच्छता अभियान से जुड़ सकते हैं। और जहां जहां अमृत सरोवर बने हैं वहां तो स्वच्छता अवश्य करनी है। स्वच्छता की ये कार्यांजलि ही गांधी जी को सच्ची श्रद्धांजलि होगी। मैं आपको फिर से याद दिलाना चाहूंगा कि इस गांधी जयंती के अवसर पर खादी का कोई न कोई प्रोडक्ट जरूर खरीदें। सो इस मैसेज तो बाद कि साढ़े देश के प्रधानमंत्री नरेंद्र भाई मोदी जी ने इस गल के उत्ते आह्वान किया पूरे देशवासियों को कि 2 अक्तूबर को असी महात्मा गांधी जी की जी बर्थ एनिवर्सरी मनानी है। सो उस तो पहला 1 अक्तूबर को असी 1 घंटा सारे देशवासियों ने किस तरीके नाल पब्लिक प्लेसिस उत्ते श्रमदान करना और देश को साफ सुथरा बनाना, स्वच्छता के प्रति सेवा भावना जी लैके आनी। सो इस उत्ते चर्चा शुरू करते हैं। सर सब तो पहला तो ਇਹ ਜਦੋਂ ਪ੍ਰਧਾਨ ਮੰਤਰੀ ਦੇਸ਼ ਦੇ ਇਸ ਤਰੀਕੇ ਦੇ ਨਾਲ ਕੋਈ ਆਹਵਾਨ ਕਰਦੇ ਆ ਤਾਂ ਉਹਦਾ ਨਤੀਜਾ, ਉਹਦੇ ਦੂਰਗਾਮੀ ਕੀ ਪ੍ਰਭਾਵ ਤੁਸੀਂ ਦੇਖਦੇ? ਦੇਖੋ, ਦੇਸ਼ ਦਾ ਜਿਹੜਾ ਨੇਤਰਤਵ ਕਰ ਰਹੇ ਆ ਪ੍ਰਧਾਨ ਮੰਤਰੀ ਆ, ਜਦੋਂ ਉਹ ਇੱਕ ਮੈਸੇਜ ਦਿੰਦੇ ਆ, ਇੱਕ ਸੋਸ਼ਲ ਕਾਜ਼ ਦੇ ਲਈ ਮੈਸੇਜ ਦਿੰਦੇ ਆ ਤੇ ਆਮ ਜਨਮਾਨਸ ਦੇ ਉੱਤੇ ਉਸ ਚੀਜ਼ ਦਾ ਬਹੁਤ ਜ਼ਿਆਦਾ ਇੰਪੈਕਟ ਪੈਂਦਾ, ਸਿੱਧਾ ਅਸਰ ਪੈਂਦਾ। ਔਰ ਹਰ ਇੱਕ ਜਾਣਾ ਉਸ ਫੀਲ ਦੇ ਨਾਲ ਫਿਰ ਜਦੋਂ ਕੰਮ ਕਰਦਾ ਕਿ ਇਹ ਮੇਰੀ ਮੂਵਮੈਂਟ ਆ, मेरा काम आ, मैं अपने देश ਨੂੰ ਸਮਰਪਿਤ ਹੋ ਕੇ ਕਰਨਾ। ਉਸ ਹੀ ਉਦੇਸ਼ ਦੇ ਨਾਲ ਇਹ ਪ੍ਰੋਗਰਾਮ ਜਿਹੜਾ ਹੈਗਾ ਉਹ ਲਿਖਿਆ ਗਿਆ ਕਿ 1 ਘੰਟਾ ਇੱਕ ਸਾਥ ਅਸੀਂ ਸ਼ਰਮਦਾਨ ਕਰਨਾ। ਔਰ ਇਹਦੇ 'ਚ ਮੈਂ ਦੱਸਣਾ ਚਾਹਾਂਗਾ ਕਿ ਉਸ ਦਿਨ ਅਸੀਂ ਸਕੂਲ ਦੇ ਬੱਚੇ, ਕਾਲਜਸ ਦੇ ਬੱਚੇ, NGOs, ਸੋਸ਼ਲ ਆਰਗੇਨਾਈਜੇਸ਼ਨਸ ਔਰ ਆਪਣੇ ਅਸੀਂ ਸ਼ਹਿਰ ਦੇ ਵਿੱਚ ਇੱਕ ਬਹੁਤ ਵੱਡੀ ਸਾਈਕਲਾਥਨ ਵੀ ਉਸ ਦਿਨ ਅਰੇਂਜ ਕੀਤੀ ਹੋਈ ਹੈਗੀ ਜਿਹੜੀ ਇਸੇ ਵਿਸ਼ੇ ਦੇ ਉੱਤੇ ਲੈ ਕੇ ਕਰੇਗੀ ਤੇ ਉਹ ਬਹੁਤ ਜ਼ਿਆਦਾ ਇਹਨਾਂ ਚੀਜ਼ਾਂ ਦਾ ਸਿੱਧੇ ਤੌਰ ਤੇ ਪ੍ਰਭਾਵ ਪੈਂਦਾ। और यही इस चीज़ का मकसद है कि असी आम लोगों को इस चीज़ के प्रति अवेयर कर सकिए जी। सो जुड़ना किते ना किते असी पूरे देश के लोगों ने एक दूसरे को कनैक्ट भी करना और श्रमदान करना। असी अपना आला दुआला, अपना वातावरण, अपना किस तरीके नाल गली मुहल्ला जिहड़ा है वो सारे ने साफ करना। सो एक चेन के रूप दे विच अगर गल करिए पूरा भारत वर्ष जिहड़ा उस दिन 1 घंटे के लिए सानू नज़र आएगा। सो बहुत बड़ा एक आह्वान देश के प्रधानमंत्री वालों सानू कीता गया। सर मैं डॉक्टर साहब तुहाडे कोलों, क्योंकि तुसीं वातावरण दे नाल बहुत ज़्यादा काम भी कीता, ਇਹਦੀ ਲੋੜ ਕਿਉਂ ਪਈ ਓਵਰਆਲ ਅਗਰ ਇਹਦੇ ਪਿਛੋਕੜ ਵਿੱਚ ਜਾਈਏ ਕਿ ਸਾਨੂੰ ਸਵੱਛਤਾ ਦਾ ਪ੍ਰਧਾਨ ਮੰਤਰੀ ਨੂੰ ਆਹਵਾਨ ਕਰਨਾ ਪਿਆ, ਕਿਉਂ ਲੋੜ ਮਹਿਸੂਸ ਕਰਦੇ ਤੁਸੀਂ?
ਜੀ ਸੰਜੀਵ ਜੀ, ਤੁਸੀਂ ਬਹੁਤ ਹੀ ਇਹ ਛੋਟਾ ਕੁਐਸਚਨ ਨਹੀਂ ਹੈਗਾ, ਬਹੁਤ ਵੱਡਾ ਸਵਾਲ ਹੈ ਇਹ। ਇਹਦੀ ਲੋੜ ਕਿਉਂ ਪਈ? ਅਗਰ ਅੱਜ ਦੇਖਿਆ ਜਾਵੇ, ਅੱਜ ਦੇ ਸਮੇਂ ਦੇ ਵਿੱਚ 4 ਤਰ੍ਹਾਂ ਦੀਆਂ ਸਾਡੀਆਂ ਅਸੀਂ ਆਪਾਂ ਚੀਜ਼ਾਂ ਗੰਦਲੀਆਂ ਕਰ ਚੁੱਕੇ ਹਾਂ, ਚਾਹੇ ਉਹ ਮਿੱਟੀ ਹੋਵੇ, ਚਾਹੇ ਉਹ ਪਾਣੀ ਹੋਵੇ, ਚਾਹੇ ਉਹ ਹਵਾ ਹੋਵੇ, ਤੇ ਚਾਹੇ ਉਹ ਹਰ ਤਰ੍ਹਾਂ ਦਾ ਜੋ ਆਪਾਂ ਪੋਲਿਊਸ਼ਨ ਆਪਾਂ ਖਿਲਾਰ ਰਹੇ ਹਾਂ। ਸੋ ਅੱਜ ਅਸੀਂ ਇੰਨਾ ਜ਼ਿਆਦਾ ਪੋਲਿਊਸ਼ਨ ਖਿਲਾਰ ਚੁੱਕੇ ਹਾਂ, ਇੰਨੀ ਜ਼ਿਆਦਾ ਗੰਦਗੀ ਕਰ ਚੁੱਕੇ ਹਾਂ ਕਿ ਸਾਨੂੰ ਅੱਜ ਸੋਚਣਾ ਪੈ ਰਿਹਾ ਕਿ ਅਸੀਂ ਉਹਦੀ ਸਫਾਈ ਕਰੀਏ, ਚਾਹੇ ਉਹ ਨਦੀਆਂ ਲੈ ਲਈਏ, ਤੇ ਚਾਹੇ ਉਹ ਮਿੱਟੀ ਦੇ ਵਿੱਚ ਕੈਮੀਕਲ ਪਾ ਲਈਏ, ਤੇ ਚਾਹੇ ਆਪਾਂ 에ਅਰ ਪੋਲਿਊਸ਼ਨ ਦੇ ਵਿੱਚ ਗੱਡੀਆਂ ਧੂੰਆਂ ਜਿਹੜਾ ਆ ਰਿਹਾ ਸਾਡਾ, ਇਹਨਾਂ ਦੀਆਂ ਚੀਜ਼ਾਂ ਦਾ ਇਸਤੇਮਾਲ ਕਰ ਲਈਏ। ਸੋ ਇਹਦਾ ਸਿੱਧਾ ਸਾਡਾ ਆਪਾਂ ਦੇਖੀਏ ਤੇ ਸਾਡਾ ਸਭ ਤੋਂ ਵੱਡਾ ਪ੍ਰਭਾਵ ਸਾਡੀ ਸਿਹਤ ਦੇ ਉੱਤੇ ਫਰਕ ਪੈਂਦਾ। ਤੇ ਜੇ ਕਿਸੇ ਮੁਲਕ ਨੂੰ ਆਪਾਂ ਕਹਿੰਦੇ ਵੀ ਇਹ ਸਵਸਥ ਮੁਲਕ ਆ, ਤੇ ਉਹ ਸਿਹਤ ਦੇ ਨਾਲ ਸਿੱਧਾ ਜੁੜਦਾ। ਤੇ ਜਿਵੇਂ ਆਮ ਦੇਖਿਆ ਜਾਂਦਾ ਕਿ ਅੱਜ ਦੀ ਡੇਟ ਦੇ ਵਿੱਚ ਬਰਸਾਤਾਂ ਖਤਮ ਹੋਈਆਂ, ਤੇ ਹੁਣ ਲਗਾਤਾਰ ਡੇਂਗੂ ਦਾ ਪ੍ਰਭਾਵ ਵੱਧਦਾ ਜਾ ਰਿਹਾ। ਹਰ ਸਾਲ 3 ਲੱਖ ਤੋਂ ਵੱਧ ਲੋਕ ਡੇਂਗੂ ਦੇ ਨਾਲ ਮਰ ਜਾਂਦੇ ਨੇ, ਉਹ ਸਿਰਫ ਕੀ ਆ, ਸਫਾਈ ਨਾ ਹੋਣ ਕਰਕੇ। ਸੋ ਇਹਦਾ ਬਹੁਤ ਵੱਡਾ ਅਹਿਮ ਮੁੱਦਾ ਹੈਗਾ ਜਿਹੜਾ ਸਾਡੇ ਦੇਸ਼ ਵਾਸੀਆਂ ਨੂੰ ਰਲ ਕੇ ਆਪਾਂ ਸਾਰਿਆਂ ਨੂੰ ਇਸ ਦੇ ਉੱਤੇ ਤੁਰਨਾ ਚਾਹੀਦਾ ਜੀ। ਮੈਂ ਸਰ, ਕਿਉਂਕਿ ਤੁਸੀਂ ਕਾਰਪੋਰੇਸ਼ਨ ਦੇ ਨਾਲ ਸਿੱਧੇ ਰੂਪ ਦੇ ਵਿੱਚ ਵਾਬਸਤਾ ਹੋ, ਬਹੁਤ ਸਾਰੀਆਂ ਜ਼ਿੰਮੇਵਾਰੀਆਂ ਕਾਰਪੋਰੇਸ਼ਨ ਦੇ ਕੋਲ ਸਾਫ਼ ਸਫਾਈ ਨੂੰ ਲੈ ਕੇ ਹੁੰਦੀਆਂ। ਸ਼ਹਿਰਾਂ ਦੀ ਅਗਰ ਗੱਲ ਕਰੀਏ ਤਾਂ ਬਹੁਤ ਮੋਟੇ ਤੌਰ ਦੇ ਉੱਤੇ ਬੱਸ ਸਟੈਂਡ ਹੋ ਗਏ, ਸਾਡੇ ਰੇਲਵੇ ਸਟੇਸ਼ਨ ਹੋ ਗਏ, ਇਹ ਜਿਹੜੀਆਂ ਚੀਜ਼ਾਂ ਜਿੱਥੇ ਬਹੁਤ ਪਬਲਿਕ ਦੀ ਮੂਵਮੈਂਟ ਹੁੰਦੀ ਆ, ਇਹਨਾਂ ਤੋਂ ਜਿੱਦਾਂ ਹੀ ਅਸੀਂ ਬਾਹਰ ਨਿਕਲਦੇ ਹਾਂ ਬੜੀ ਗੰਦਗੀ ਦੇ ਢੇਰ ਸਾਨੂੰ ਦੇਖਣ ਨੂੰ ਮਿਲਦੇ ਆ। ਇਹ ਜਿਹੜੀ ਗੰਦਗੀ ਹੈ, ਇਹ ਢੇਰ ਜਿਹੜੇ ਆ, ਇਹਨਾਂ ਦੀ ਕਿੱਦਾਂ ਡਿਸਪੋਜ਼ ਆਫ ਹੋ ਸਕਦੀ, ਕਿੱਦਾਂ ਅਸੀਂ ਸ਼ਹਿਰ ਨੂੰ ਇੱਕ ਨਵੀਂ ਲੁੱਕ ਦੇ ਸਕਦੇ ਹਾਂ? ਸੋ ਇਹਦੇ ਵਾਸਤੇ ਕਾਰਪੋਰੇਸ਼ਨਾਂ ਕਿਸ ਤਰੀਕੇ ਨਾਲ ਵਿਉਂਤਬੰਦੀ ਕਰਦੇ ਆ? ਸੰਜੀਵ ਜੀ, ਸਭ ਤੋਂ ਪਹਿਲਾਂ ਤਾਂ ਇਹਦੇ 'ਚ ਇੱਕ ਮੂਲਭੂਤ ਜਿਹੜੀ ਸਾਨੂੰ ਚੀਜ਼ ਸਮਝਣੀ ਪਏਗੀ ਕਿ ਹਰ ਇੱਕ ਦੇਸ਼ਵਾਸੀ ਨੂੰ, ਹਰ ਇੱਕ ਸਮਾਜ ਦੇ ਰਹਿਣ ਵਾਲੇ ਬਸ਼ਿੰਦੇ ਨੂੰ ਇਹ ਸਮਝਣਾ ਪਏਗਾ ਕਿ ਮੇਰਾ ਕੂੜਾ ਮੇਰੀ ਜ਼ਿੰਮੇਵਾਰੀ। ਹੁੰਦਾ ਕੀ ਆ ਕਿ ਅਸੀਂ ਜਦੋਂ ਵੀ ਕਿਤੇ ਇੱਦਾਂ ਦੀ ਜਗ੍ਹਾ ਤੋਂ ਨਿਕਲਦੇ ਹਾਂ ਤਾਂ ਸਭ ਤੋਂ ਪਹਿਲਾਂ ਅਸੀਂ ਕੂੜਾ ਬਾਹਰ ਸਿੱਟਣ ਦੀ ਕੋਸ਼ਿਸ਼ ਕਰਨੇ ਆ ਜੀ। ਕੋਈ ਇਸ ਚੀਜ਼ ਨੂੰ ਕਦੀ ਨੋਟਿਸ ਨਹੀਂ ਕਰਦਾ ਕਿ ਹਰ ਜਗ੍ਹਾ ਦੇ ਉੱਤੇ ਅੱਜ ਕੱਲ੍ਹ, ਕਿਉਂਕਿ ਇੰਨੀ ਜ਼ਿਆਦਾ ਸਵੱਛਤਾ ਦੇ ਨਾਲ ਰਿਲੇਟਡ ਐਕਟੀਵਿਟੀਜ਼ ਚੱਲ ਰਹੀਆਂ, ਹਰ ਜਗ੍ਹਾ ਤੇ ਰੇਲਵੇ ਸਟੇਸ਼ਨ, ਬੱਸ ਸਟੈਂਡ, ਕੋਈ ਵੀ ਪਬਲਿਕ ਪਲੇਸ ਕਹ ਲਈਏ, ਉੱਥੇ ਡਸਟਬਿਨਸ ਲੱਗੇ ਹੋਏ ਆ। ਔਰ ਸਾਡੀ ਅਕਸਰ ਇਹ ਆਦਤ ਹੈਗੀ ਆ ਕਿ ਅਸੀਂ ਆਪਣੇ ਕੋਲੋਂ ਕੂੜਾ ਸਿੱਟ ਕੇ ਇਮੀਡੀਏਟਲੀ ਆਪਣੀ ਜ਼ਿੰਮੇਵਾਰੀ ਤੋਂ ਫਾਰਗ ਹੋਣਾ ਮਹਿਸੂਸ ਕਰਦੇ ਹਾਂ। ਥੋੜੀ ਜਿਹੀ ਅਗਰ ਆਪਾਂ ਕੋਸ਼ਿਸ਼ ਕਰ ਲਈਏ ਕਿ 2-4 ਕਦਮ ਸਾਨੂੰ ਇੱਧਰ ਉੱਧਰ ਚੱਲ ਕੇ ਜਾਣਾ ਪਵੇ, ਆਪਾਂ ਡਸਟਬਿਨ ਦੀ ਤਲਾਸ਼ ਕਰ ਲਈਏ, ਤਾਂ ਉਹ ਕੂੜਾ ਅਸੀਂ ਪ੍ਰੋਪਰ ਜਗ੍ਹਾ ਦੇ ਉੱਤੇ ਡਿਸਪੋਜ਼ ਆਫ ਕਰ ਸਕਦੇ ਹਾਂ। ਜਿੱਥੇ ਤੱਕ ਨਗਰ ਨਿਗਮ ਜਾਂ ਨਗਰ ਪਾਲਿਕਾਵਾਂ ਦੀ ਗੱਲ ਹੈ ਜਾਂ ਛੋਟੀਆਂ ਪੰਚਾਇਤਾਂ ਦੀ ਗੱਲ ਹੈ, ਉਹ ਹਰ ਸੰਭਵ ਆਪਣੇ ਵੱਲੋਂ ਕੋਸ਼ਿਸ਼ ਕਰਦੀਆਂ ਕਿ ਅਸੀਂ ਡੇਲੀ ਕੂੜੇ ਦੀ ਡਿਸਪੋਜ਼ਲ ਕਰੀਏ। ਲੇਕਿਨ ਇੱਕ ਚੀਜ਼ ਅਕਸਰ ਦੇਖਣ ਦੇ ਵਿੱਚ ਆਉਂਦੀ ਆ ਕਿ ਅਸੀਂ ਅੱਜ ਕੂੜਾ ਚੱਕਿਆ, ਕੱਲ ਉਹ ਉਸੇ ਜਗ੍ਹਾ ਦੇ ਉੱਤੇ ਓਨਾ ਹੀ ਢੇਰ ਦੁਆਰਾ ਹੈ, ਉਹਨੂੰ ਅਗਲੇ ਦਿਨ ਚੱਕਿਆ, ਉਸ ਤੋਂ ਅਗਲੇ ਦਿਨ ਉਸੇ ਤਰ੍ਹਾਂ ਹੈ। ਔਰ ਜੇ ਥੋੜੀ ਪਬਲਿਕ ਦੀ ਪਾਰਟਿਸਿਪੇਸ਼ਨ ਇਹਦੇ ਵਿੱਚ ਵੱਧ ਜਾਵੇ ਤਾਂ ਅੱਜ ਕੱਲ੍ਹ ਇੰਨੇ ਸਾਇੰਟੀਫਿਕ ਤਰੀਕੇ ਹੈਗੇ, ਡਾਕਟਰ ਸਾਹਿਬ ਸਾਡੇ ਨਾਲ ਬੈਠੇ ਆ, ਬਹੁਤ ਵਧੀਆ ਤਰੀਕੇ ਨਾਲ ਅਸੀਂ ਦੱਸ ਸਕਦੇ ਹਾਂ ਕਿ ਅਸੀਂ ਕੂੜੇ ਨੂੰ ਕਿੱਦਾਂ ਅਲਟੀਮੇਟ ਲੈਵਲ ਤੇ ਜਾ ਕੇ ਖਤਮ ਕਰ ਸਕਦੇ ਹੈਗੇ ਜੀ। ਸਰ, ਚੂੰਕਿ ਡਾਕਟਰ ਸਾਹਿਬ ਤੁਹਾਡੇ ਵੱਲ ਇਸ਼ਾਰਾ ਕੀਤਾ ਕਿ ਕੂੜੇ ਦੀ ਵੇਸਟ ਮੈਨੇਜਮੈਂਟ ਇੱਕ ਬਹੁਤ ਵੱਡਾ ਚੈਲੰਜ ਹੈ, ਔਰ ਇਸ ਨੂੰ ਕਿੱਦਾਂ ਅਸੀਂ ਕੂੜਾ ਜਿਹੜਾ ਹੈ ਉਹ ਅਸੀਂ ਸਾਂਭ ਸੰਭਾਲ ਕਰ ਸਕਦੇ ਹਾਂ, ਔਰ ਆਉਣ ਵਾਲੇ ਸਮੇਂ ਵਿੱਚ ਸਾਨੂੰ ਇਹਦੇ ਸਾਇੰਟੀਫਿਕ ਤਰੀਕੇ ਵੀ ਅਖਤਿਆਰ ਕਰਨੇ ਪੈਣਗੇ ਤਾਂ ਕਿ ਕੂੜਾ ਜਿਹੜਾ ਅਸੀਂ ਮਿਨੀਮਾਈਜ਼ ਕਰ ਸਕੇ। ਕੀ ਤਰੀਕੇ ਹੋ ਸਕਦੇ ਔਰ ਇਹਦੇ ਵਾਸਤੇ ਕੀ ਵਿਉਂਤਬੰਦੀ ਹੋ ਸਕਦੀ? ਬਿਲਕੁਲ ਸੰਜੀਵ ਜੀ, ਇਹ ਬਹੁਤ ਅਹਿਮ ਕੁਐਸਚਨ ਆ। ਜਿੱਦਾਂ ਕਿ ਤੁਹਾਡੀ ਜੀ ਨੇ ਗੱਲ ਕੀਤੀ ਕਿ ਮੇਰਾ ਕੂੜਾ ਮੇਰੀ ਹੀ ਜ਼ਿੰਮੇਵਾਰੀ, ਤੇ ਜਦੋਂ ਤੱਕ ਸਾਡੇ ਪੂਰੇ ਦੇਸ਼ ਵਾਸੀ ਇਸ ਚੀਜ਼ ਨੂੰ ਸਮਝ ਨਹੀਂ ਲੈਂਦੇ ਕਿ ਜਿਹੜਾ ਮੈਂ ਖਾ ਰਿਹਾ ਜਾਂ ਕੱਢ ਰਿਹਾ ਜਾਂ ਵੇਸਟ ਕਰ ਰਿਹਾ, ਉਹਦੀ ਜ਼ਿੰਮੇਵਾਰੀ ਵੀ ਮੇਰੀ ਆ ਐਂਡ ਤੱਕ, ਉਹਨੂੰ ਡੀਕੰਪੋਜ਼ ਕਰਨ ਤੱਕ, ਉਹਨੂੰ ਐਨ ਆਪਣਾ ਦੁਬਾਰਾ ਉਸ ਧਰਤੀ ਦੇ ਵਿੱਚ ਮਿਲਾਉਣ ਤੱਕ। ਸੋ ਸਭ ਤੋਂ ਵੱਡਾ ਪੰਗਾ ਇਹਦੇ ਵਿੱਚ ਇਹ ਹੈ, ਸਭ ਤੋਂ ਵੱਡੀ ਪ੍ਰੋਬਲਮ ਸਾਡੇ ਦੇਸ਼ ਦੇ ਵਿੱਚ ਆਉਂਦੀ ਹੈ ਕਿ ਡੀਕੰਪੋਜ਼ ਦੇ ਲਈ ਸਾਨੂੰ ਬਹੁਤ ਵੱਡੇ ਚੈਲੰਜ ਆ ਰਹੇ ਮੁਰੇ, ਤੇ ਜਿਹਦੇ ਵਿੱਚੋਂ ਸਭ ਤੋਂ ਵੱਡਾ ਚੈਲੰਜ ਇਹ ਹੈ ਕਿ ਆਪਾਂ ਲੋਕ ਪਲਾਸਟਿਕ ਦਾ ਯੂਜ਼ ਕਰਦੇ ਹਾਂ। ਘਰਾਂ ਦੇ ਵਿੱਚ ਵੀ ਜੇ ਆਪਾਂ ਦੇਖੋ ਵੀ ਕੂੜਾ ਚੱਕ ਰਹੇ ਹਾਂ ਤੇ ਉਹ ਇੱਕੋ ਹੀ ਵੱਡਾ ਡਸਟਬਿਨ ਦੇ ਵਿੱਚ ਹੀ ਆਪਾਂ ਕਿਚਨ ਗਾਰਬੇਜ ਪਾ ਰਹੇ ਹਾਂ, ਇੱਕੋ ਦੇ ਵਿੱਚ ਹੀ ਆਪਾਂ ਪਲਾਸਟਿਕ ਪਾ ਰਹੇ ਹਾਂ, ਉਹਦੇ ਵਿੱਚ ਹੀ ਕੱਚ ਪਾ ਰਹੇ ਹਾਂ। ਤੇ ਜਦੋਂ ਇਹ ਸਾਰਾ ਇੱਕੋ ਜਗ੍ਹਾ ਇਕੱਠਾ ਹੋ ਰਿਹਾ, ਤੇ ਸਭ ਤੋਂ ਵੱਡੀ ਪ੍ਰੋਬਲਮ ਸਾਡੇ ਲਈ ਇਹ ਆਉਂਦੀ ਆ ਕਿ ਅਸੀਂ ਉਹਨੂੰ ਅਲੱਗ-ਅਲੱਗ ਕਰਕੇ ਉਹਨੂੰ ਡੀਕੰਪੋਜ਼, ਕਿਉਂਕਿ ਹਰੇਕ ਚੀਜ਼ ਦਾ ਅਲੱਗ-ਅਲੱਗ ਪ੍ਰੋਸੈਸ ਹੈਗਾ ਡੀਕੰਪੋਜ਼ ਕਰਨ ਦਾ, ਉਹਨੂੰ ਅਲੱਗ-ਅਲੱਗ ਢੰਗ ਦੇ ਨਾਲ ਉਹਨੂੰ ਪ੍ਰੋਸੈਸ ਕੀਤਾ ਜਾਂਦਾ। ਪਰ ਸਾਡੇ ਦੇਸ਼ ਵਾਸੀਆਂ ਨੂੰ ਇੰਨੀ ਕੁ ਹਜੇ ਨਹੀਂ ਜਾਗਰੂਕਤਾ ਕਿ ਸਾਨੂੰ ਅਗਰ ਅਲੱਗ-ਅਲੱਗ ਅਸੀਂ ਆਪਣੇ ਕੂੜੇ ਨੂੰ ਰੱਖਾਂਗੇ ਤੇ ਉਨਾ ਹੀ ਜਲਦੀ ਇਹ ਪ੍ਰੋਸੈਸ ਹੋਏਗਾ। ਜਿਵੇਂ ਕਿ ਤੁਸੀਂ ਦੇਖਦੇ ਆ ਕਿ ਸ਼ਹਿਰਾਂ ਦੇ ਵਿੱਚ ਬਾਹਰ ਬੜੇ ਢੇਰ ਲੱਗੇ ਹੋਏ ਨੇ, ਉਹ ਢੇਰ ਲੱਗਣ ਦਾ ਸਭ ਤੋਂ ਵੱਡਾ ਕਾਰਨ ਹੈ ਕਿ ਸਾਡਾ ਕੂੜਾ ਜ਼ਿਆਦਾ ਪੈਦਾ ਹੋ ਰਿਹਾ, ਬਟ ਉਹਦੇ ਬਦਲੇ ਜਿਹੜਾ ਉਹਨੂੰ ਡੀਕੰਪੋਜ਼ ਕਰਨਾ ਜਾਂ ਉਹਨੂੰ ਖਤਮ ਕਰਨ ਦਾ ਜਿਹੜਾ ਪ੍ਰੋਸੈਸ ਆ ਉਹ ਸਲੋ ਹੈਗਾ। ਤੇ ਇਸ ਕਰਕੇ ਸਾਨੂੰ ਹਰ ਹਾਲਤ ਦੇ ਵਿੱਚ ਇਹਨਾਂ ਨੂੰ ਅਲੱਗ-ਅਲੱਗ ਕਰਕੇ ਹੀ ਅੱਗੇ ਸੁਸਾਇਟੀ ਨੂੰ ਦੇਣਾ ਚਾਹੀਦਾ। ਇਹ ਸੁਸਾਇਟੀ ਵਾਸੀ ਸਾਰਿਆਂ ਨੂੰ ਰਲ ਕੇ ਉਪਰਾਲਾ ਕਰਨਾ ਚਾਹੀਦਾ ਜੀ। ਸਰ,
ਅਸੀਂ ਹੁਣ ਹੀ ਦੇਖਿਆ ਕਿ ਬਰਸਾਤ ਨਿਕਲ ਕੇ ਗਈ ਔਰ ਪੰਜਾਬ ਨੇ ਇਸ ਬਰਸਾਤ ਦੇ ਵਿੱਚ ਬਹੁਤ ਜ਼ਿਆਦਾ ਭਿਅੰਕਰ ਐਕਸਪੀਰੀਅੰਸ ਅਗਰ ਕਹਿ ਸਕੇ ਕੀਤੇ ਆ, ਕਿਉਂਕਿ ਇਸ ਬਰਸਾਤ ਦੇ ਦੌਰਾਨ ਉਹਨਾਂ ਇਲਾਕਿਆਂ ਵਿੱਚ ਉਹਨਾਂ ਘਰਾਂ ਵਿੱਚ ਵੀ ਪਾਣੀ ਗਿਆ ਜਿਨ੍ਹਾਂ ਵਿੱਚ ਸ਼ਾਇਦ ਕਦੀ ਗਿਆ ਨਹੀਂ ਸੀਗਾ। ਕੀ ਕਾਰਨ ਹੈ ਕਿ ਸਾਡੇ ਜਿਹੜੇ ਨਾਲੇ ਹੈਗੇ ਜਾਂ ਸਾਡਾ ਜਿਹੜਾ ਆਊਟਲੈਟਸ ਹੈਗਾ ਪਾਣੀ ਦਾ ਉਹ ਬਲੌਕ ਹੋਇਆ ਰਹਿੰਦਾ, ਉਹਦੀ ਸਫਾਈ ਪ੍ਰੋਪਰ ਨਹੀਂ ਹੋ ਪਾਉਂਦੀ। ਸੋ ਉਹਦੇ ਵਾਸਤੇ ਕੀ ਜਿਹੜੇ ਯਤਨ ਹੋ ਸਕਦੇ ਆ, ਲੋਕਾਂ ਦੀ ਭਾਗੀਦਾਰੀ ਕਿੱਦਾਂ ਹੋ ਸਕਦੀ ਹੈ ਔਰ ਤਾਂ ਕਿ ਸਮਾਂ ਰਹਿੰਦੇ ਅਸੀਂ ਇਹਨਾਂ ਵਿੱਚ ਜਿਹੜਾ ਇਨਵੋਲਵ ਹੋ ਸਕੀਏ? ਦੇਖੋ ਸੰਜੀਵ ਜੀ, ਸਰਕਾਰ ਦੇ ਲੈਵਲ ਤੇ ਤਾਂ ਹਰ ਡਿਪਾਰਟਮੈਂਟ ਹੈ, ਡਰੇਨੇਜ ਡਿਪਾਰਟਮੈਂਟ ਹੈ, ਲੋਕਲ ਬਾਡੀਜ਼ ਹੈ, ਰੂਰਲ ਬਾਡੀਜ਼ ਹੈ, ਉਹ ਸਾਰੀਆਂ ਹੀ ਆਪਣੇ ਆਪਣੇ ਲੈਵਲ ਤੇ ਯਤਨ ਕਰਦੀਆਂ। ਬਟ ਇਸ ਚੀਜ਼ ਨੂੰ ਇੱਕ ਟਾਈਮ ਫਰੇਮ ਮੈਨਰ ਦੇ ਵਿੱਚ ਜੇ ਕਿਹਾ ਜਾਵੇ ਤਾਂ ਅਪ੍ਰੈਲ ਮਹੀਨੇ ਦੇ ਐਂਡ ਤੱਕ ਜਿੰਨੇ ਵੀ ਸਾਡੇ ਛੋਟੇ ਵੱਡੇ ਡਰੇਨ ਨਾਲੇ ਖਾਲੇ ਹੈਗੇ ਆ, ਜੇ ਉਹਨਾਂ ਦੀ ਇੱਕ ਵਾਰ ਸਫਾਈ ਹੋ ਜਾਵੇ ਤਾਂ ਪਾਣੀ ਦਾ ਜਿਹੜਾ ਨੈਚੁਰਲ ਵਹਾਅ ਹੈਗਾ ਉਹ ਪ੍ਰੋਪਰ ਹੋ ਜਾਏਗਾ। ਲੇਕਿਨ ਹੁਣ ਜਿੱਦਾਂ ਜਿੱਦਾਂ ਆਬਾਦੀ ਵੱਧਦੀ ਜਾ ਰਹੀ ਹੈ, ਮਾਈਗ੍ਰੇਟਡ ਲੇਬਰ ਵੀ ਆ ਜਾਂਦੀ ਆ, ਤਾਂ ਉਹ ਹੋ ਕੀ ਰਿਹਾ ਕਿ ਹੌਲੀ ਹੌਲੀ ਸਭ ਤੋਂ ਜ਼ਿਆਦਾ ਉਹਨਾਂ ਦਾ ਜਿਹੜਾ ਰੁਝਾਨ ਹੁੰਦਾ ਕਿ ਜਿਹੜੀਆਂ ਖਾਲੀ ਡਰੇਨਸ ਦੇ ਨੇੜੇ ਪਈਆਂ ਜਗ੍ਹਾ ਹੈਗੀਆਂ ਉੱਥੇ ਆਪਣਾ ਆਸ਼ੀਆਨਾ ਬਣਾ ਲਿਆ ਜਾਂਦਾ। ਉਹਦੇ ਨਾਲ ਉਹ ਇਨਕਰੋਚਮੈਂਟ ਵੀ ਹੁੰਦੀ ਆ ਔਰ ਫਿਰ ਡੇਲੀ ਉਹ ਆਪਣਾ ਜਿਹੜਾ ਵੇਸਟ ਹੈਗਾ ਉਹ ਵੀ ਉਹਨਾਂ ਦੇ ਵਿੱਚ ਥਰੋ ਕਰਨਾ ਸ਼ੁਰੂ ਕਰ ਦਿੰਦੇ ਆ। ਉਸ ਕਰਕੇ ਉਹ ਜਿਹੜੀਆਂ ਡਰੇਨਸ ਆ ਉਹ ਚੋਕ ਹੋ ਜਾਂਦੀਆਂ ਜੀ। ਜਿੱਥੇ ਤੱਕ ਜੇ ਅਸੀਂ ਸ਼ਹਿਰੀ ਸੀਵਰੇਜ ਦੀ ਗੱਲ ਕਰੀਏ, ਤੁਹਾਨੂੰ ਹੈਰਾਨੀ ਹੋਏਗੀ ਜਾਣ ਕੇ ਕਿ ਜਦੋਂ ਅਸੀਂ ਸੀਵਰੇਜ ਦੀਆਂ ਜਦੋਂ ਲਾਈਨਾਂ ਕਲੀਅਰ ਕਰਾਉਂਦੇ ਆ ਜਾਂ ਓਪਨ ਡਰੇਨਸ ਜਿਹੜੇ ਕਵਰ ਕੀਤੇ ਹੋਏ ਉਹਨਾਂ ਨੂੰ ਜਦੋਂ ਖੋਲ੍ਹ ਕੇ ਜਦੋਂ ਸਾਫ਼ ਕਰਵਾਉਂਦੇ ਆ ਤੇ ਵਿੱਚੋਂ ਲੋਕਾਂ ਦੇ ਸਰਾਣੇ ਰਜਾਈਆਂ ਤੱਕ ਨਿਕਲਦੇ ਆ। ਇਹ ਬਹੁਤ ਹੀ ਦੁਖਦ ਔਰ ਹੈਰਾਨੀ ਵਾਲੀ ਗੱਲ ਆ ਕਿ ਡਰੇਨ ਦੇ ਵਿੱਚ ਕਚਰਾ ਤਾਂ ਆ ਸਕਦਾ, ਕੱਚ ਦੀ ਬੋਤਲ ਤਾਂ ਰੁੜ ਕੇ ਆ ਸਕਦੀ, ਪਲਾਸਟਿਕ ਦੀ ਬੋਤਲ ਤਾਂ ਰੁੜ ਕੇ ਆ ਸਕਦੀ, ਪਰ ਗੱਦੇ ਰਜਾਈਆਂ ਸਰਾਣੇ ਤੱਕ ਜਦੋਂ ਆ ਰਹੇ ਆ ਤਾਂ ਉਹ ਇੱਕ ਬਹੁਤ ਚਿੰਤਾ ਦਾ ਵਿਸ਼ਾ ਹੋ ਜਾਂਦਾ ਕਿ ਲੋਕੀ ਉਸ ਚੀਜ਼ ਦੇ ਲਈ ਜਾਗਰੂਕ ਹੈ ਨਹੀਂਗੇ। ਜਦੋਂ ਉਹ ਚੀਜ਼ ਥੋੜੀ ਜਿਹੀ ਵਿੱਚ ਜੰਮ ਜਾਂਦੀ ਆ ਤੇ ਨੈਚੁਰਲ ਇੱਕ ਸਿਸਟਮ ਦੇ ਵਿੱਚ ਉੱਥੇ ਸਿਲਟ ਇਕੱਠੀ ਹੋਣੀ ਸ਼ੁਰੂ ਹੋ ਜਾਂਦੀ ਆ। ਜਦੋਂ ਸਿਲਟ ਇਕੱਠੀ ਹੋਏਗੀ ਤਾਂ ਪਾਣੀ ਦੀ ਬਲੋਕੇਜ ਹੋਣੀ ਸ਼ੁਰੂ ਹੋ ਜਾਏਗੀ। ਤਾਂ ਇਦਾਂ ਦੇ ਕਈ ਕਾਰਨ ਹੈਗੇ ਆ, ਪਰ ਸਰਕਾਰ ਦੇ ਲੈਵਲ ਤੇ ਵੀ ਜੇ ਅਸੀਂ ਇਹਨੂੰ ਇਨਸ਼ੋਰ ਕਰੀਏ ਕਿ ਅਸੀਂ ਅਪ੍ਰੈਲ ਐਂਡ ਜਾਂ ਹੱਦ ਮਈ ਦੇ ਵਿੱਚ ਕਰ ਦਈਏ ਤਾਂ ਕਿ ਰੇਨੀ ਸੀਜ਼ਨ ਤੋਂ ਪਹਿਲਾਂ ਉਹਨੂੰ ਕਲੀਅਰ ਕਰ ਦਈਏ। ਕਈ ਜਗ੍ਹਾ ਤੇ ਜਿੱਥੇ ਕੋਸ਼ਿਸ਼ ਹੁੰਦੀ ਆ ਉੱਥੇ ਉਹਦੇ ਰਿਜ਼ਲਟ ਵੀ ਸਾਰਥਕ ਆਉਂਦੇ ਹੈਗੇ ਆ। ਸੋ ਸਮੇਂ ਦੇ ਸਿਰ ਵਿਉਂਤਬੰਦੀ ਜਿਹੜੀ ਬਹੁਤ ਜ਼ਿਆਦਾ ਲੋੜੀਂਦੀ ਹੁੰਦੀ। ਸਰ ਮੈਂ ਚੂੰਕਿ ਵਿਦੇਸ਼ਾਂ ਵਿੱਚ ਅਗਰ ਗੱਲ ਕਰੀਏ ਤਾਂ ਸਾਡੀਆਂ ਜਿਹੜੀਆਂ ਨਦੀਆਂ ਉਹਨੂੰ ਸਾਡੇ ਦੇਸ਼ ਵਿੱਚ ਵੀ ਅਸੀਂ ਨਦੀਆਂ ਨੂੰ ਮਾਂ ਦਾ ਸਰੂਪ ਦਿੰਦੇ ਆ, ਲੇਕਿਨ ਅਸੀਂ ਮਾਂ ਵਾਂਗਰ ਉਹਨੂੰ ਰੱਖਦੇ ਨਹੀਂ ਆ ਕਿਉਂਕਿ ਵਿਦੇਸ਼ਾਂ 'ਚ ਉਹਨੂੰ ਇੱਕ ਟੂਰਿਸਟ ਸਪਾਟ ਦੇ ਤੌਰ ਦੇ ਉੱਤੇ ਵਧੀਆ ਸ਼ਾਨਦਾਰ ਤਰੀਕੇ ਦੇ ਨਾਲ ਉਹਨੂੰ ਸਜਾ ਵੀ ਦਿੱਤਾ ਜਾਂਦਾ, ਉਹਨੂੰ ਸਾਫ਼ ਵੀ ਰੱਖਿਆ ਜਾਂਦਾ। ਸਾਡੀਆਂ ਨਦੀਆਂ ਅਸੀਂ ਖੁਦ ਹੀ ਗੰਦੀਆਂ ਕਰਦੇ ਰਹਿੰਦੇ ਔਰ ਉਹਦੇ ਵਿੱਚ ਖਾਸ ਕਰਕੇ ਫੈਕਟਰੀਆਂ ਦਾ ਵੇਸਟ ਸਿੱਟਣਾ ਔਰ ਸ਼ਹਿਰਾਂ ਦਾ ਜਿਹੜਾ ਵੇਸਟ ਉਹ ਵੀ ਵਿੱਚ ਸਿੱਟਦੇ। ਕਿੰਨਾ ਕੁ ਘਾਤਕ ਔਰ ਕਿਸ ਤਰੀਕੇ ਦੇ ਨਾਲ ਅਸੀਂ ਗੱਲ ਤਾਂ ਕਰਦੇ ਹਾਂ ਕਿ ਨਦੀਆਂ ਨੂੰ ਸਾਫ਼ ਸੁਥਰਾ ਕਰਨਾ, ਕੀ ਇੰਡੀਵਿਜੂਅਲ ਐਫਰਟ ਨਾਲ ਹੋ ਸਕਦਾ ਜਾਂ ਸਾਰਾ ਦੇਸ਼ ਮਿਲ ਕੇ ਇਹਦੇ ਵਿੱਚ ਕੰਮ ਕਰੇਗਾ? ਸੰਜੀਵ ਜੀ, ਇਹ ਬਹੁਤ ਹੀ ਅਹਿਮ ਚੀਜ਼ ਹੈਗੀ ਆ। ਇਹਦੇ ਵਿੱਚ ਮੈਂ ਤਾਂ ਪੂਰੇ ਦੇਸ਼ ਵਾਸੀਆਂ ਦੇ ਜਿਹੜੇ ਐਂਟਰਪ੍ਰੈਨਿਓਰ ਹੈਗੇ, ਸਾਡੇ ਫੈਕਟਰੀਆਂ ਦੇ ਮਾਲਕ ਹੈਗੇ ਆ, ਜਿੱਦਾਂ ਦਾ ਕਿਤੇ ਵੀ ਵੇਸਟ ਨਿਕਲਦਾ, ਚਾਹੇ ਉਹ ਪਾਣੀ ਦੇ ਰੂਪ 'ਚ ਨਿਕਲਦਾ ਜਾਂ ਚਾਹੇ ਕਿਸੇ ਪਾਊਡਰ ਦੇ ਰੂਪ 'ਚ ਨਿਕਲਦਾ, ਸਾਨੂੰ ਉਸ ਫੈਕਟਰੀ ਦੇ ਅੰਦਰ ਹੀ ਡੀਕੰਪੋਜ਼ ਕਰਨਾ ਚਾਹੀਦਾ। ਉੱਥੇ ਹੀ ਸਾਨੂੰ ਉਹਦਾ ਐਂਡ ਪ੍ਰੋਡਕਟ ਬਣਾ ਕੇ ਉਹਨੂੰ ਛੱਡਣਾ ਚਾਹੀਦਾ। ਪਰ ਅੱਜ ਦੀ ਡੇਟ ਦੇ ਵਿੱਚ ਕੀ ਹੁੰਦਾ, ਸਭ ਤੋਂ ਸੌਖਾ ਢੰਗ ਹੁੰਦਾ ਕਿ ਮਰ ਜੀ ਨਾਲੀ ਕੱਢ ਕੇ ਕਿ ਆਪਾਂ ਨਾਲੀ ਦੇ ਵਿੱਚ ਪਾ ਦਈਏ ਜਾਂ ਉੱਥੋਂ ਸਿੱਧਾ ਹੀ ਗੰਦੇ ਨਾਲੇ ਦੇ ਵਿੱਚੋਂ ਹੁੰਦਾ ਅੱਜ ਦੀ ਡੇਟ ਦੇ ਵਿੱਚ ਨਾਲੀਆਂ ਨਾਲੇ ਸਾਡੇ ਖਰਾਬ ਹੋ ਰਹੇ ਨੇ। ਇੱਥੋਂ ਤੱਕ ਕਿ ਅਗਰ ਆਪਾਂ ਕਿਸਾਨੀ ਦੇ ਉੱਤੇ ਵੀ ਚੱਲਦੇ ਹਾਂ ਤੇ ਅੱਜ ਦੀ ਡੇਟ 'ਚ ਯੂਰੀਆ DAP ਹੈ ਕੈਮੀਕਲ ਇਸਤੇਮਾਲ ਕਰਕੇ ਇੰਨਾ ਆਪਾਂ ਗੰਦਲਾ ਕਰ ਚੁੱਕੇ ਪਾਣੀ ਕਿ 250-300 ਫੁੱਟ ਤੇ ਜਿਹੜਾ ਵੀ ਪਾਣੀ ਆ ਰਿਹਾ ਉਹ ਪੀਣ ਦੇ ਯੋਗ ਨਹੀਂ ਹੈਗਾ। ਤੇ ਅੱਜ ਦੀ ਡੇਟ 'ਤੇ ਤੁਸੀਂ ਦੇਖੋ ਕਿ ਬਠਿੰਡੇ ਵਰਗੇ ਬਹੁਤ ਸਾਰੇ ਇਦਾਂ ਦੇ ਇਲਾਕੇ ਹੈਗੇ ਆ ਜਿੱਥੇ ਕਿ ਨੀਲਾ ਰੰਗ ਦੀ ਆਪਾਂ ਨੂੰ ਪਾਣੀ ਦੀ ਵਿੱਚੋਂ ਆ ਰਹੀਆਂ ਸਮੈਲਾਂ, ਤੇ ਜਿਹਦੇ ਨਾਲ ਕੀ ਆ ਬੱਚਿਆਂ ਨੂੰ ਅਲੱਗ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਰਹੀਆਂ, ਉਹਨਾਂ ਨੂੰ ਅਲੱਗ ਤਰ੍ਹਾਂ ਦੇ ਪ੍ਰੋਬਲਮਸ ਆ ਰਹੀਆਂ ਹੈਗੀਆਂ। ਤਾਂ ਹੌਲੀ ਹੌਲੀ ਪਾਣੀ ਦੇਖੋ ਆਪਾਂ ਅੱਜ ਤੱਕ ਬਣਾ ਨਹੀਂ ਪਾਏ। ਸੋ ਇਸ ਪਾਣੀ ਨੂੰ ਇਸੇ ਧਰਤੀ ਦੇ ਵਿੱਚ ਸਾਨੂੰ ਸਾਫ਼ ਸੁਥਰਾ ਰੱਖਣਾ ਪਊਗਾ, ਇਸੇ ਨੂੰ ਆਪਾਂ ਅਗਲੀ ਪੀੜ੍ਹੀ ਨੂੰ ਸਾਫ਼ ਸੁਥਰਾ ਕਰਕੇ ਦੇਣਾ ਪਊਗਾ। ਤੇ ਅੱਜ ਪਾਣੀ ਦਿਨ ਪਰ ਦਿਨ ਜਿਹਦਾ ਥੱਲੇ ਜਾ ਰਿਹਾ ਹੈਗਾ ਤੇ ਸਾਡੇ ਕੋਲ ਪਾਣੀ ਦੇ ਸਰੋਤਰ ਵੀ ਘਟਦੇ ਜਾ ਰਹੇ। ਤਾਂ ਇਸੇ ਜਿੰਨਾ ਸਾਡੇ ਕੋਲ ਪਾਣੀ ਹੈਗਾ ਇਹਨੂੰ ਸੰਭਾਲ ਕੇ ਰੱਖੀਏ ਤਾਂ ਕਿ ਇਹਨੂੰ ਆਪਾਂ ਰੀਸਾਈਕਲ ਕਰਕੇ ਆਪਣੇ ਘਰਾਂ ਦੇ ਵਿੱਚ ਵੀ ਘੱਟ ਤੋਂ ਘੱਟ ਪਾਣੀ ਦੀ ਵਰਤੋਂ ਕਰੀਏ। ਜਿਵੇਂ ਕਿ ਆਮ ਤੌਰ ਤੇ ਟੂਟੀਆਂ ਖੁੱਲੀਆਂ ਹੁੰਦੀਆਂ ਹੈਗੀਆਂ, ਬਾਥਰੂਮ ਦੇ ਵਿੱਚ ਜਿੱਥੇ 10 ਲੀਟਰ ਪਾਣੀ ਨਾਲ ਕੰਮ ਚੱਲ ਸਕਦਾ ਉੱਥੇ ਆਪਾਂ 50-50 ਲੀਟਰ ਜਿਹੜਾ ਹੈਗਾ ਪਾਣੀ ਵੇਸਟ ਕਰ ਦਿੰਦੇ ਹੈਗੇ ਆ। ਇਹ ਬੜਾ ਅਹਿਮ ਤੁਸੀਂ ਗੱਲ ਕੀਤੀ ਹੈ ਕਿਉਂਕਿ ਅਸੀਂ ਅਕਸਰ ਦੇਖਦੇ ਹਾਂ ਕਿ ਜਿਹੜੀ ਜਗ੍ਹਾ ਦੇ ਉੱਤੇ ਤਾਂ ਮੀਟਰਡ ਜਿਹੜੀ ਸਪਲਾਈ ਵਾਟਰ ਸਪਲਾਈ ਹੁੰਦੀ ਉੱਥੇ ਲੋਕੀ ਸੰਕੋਚ ਦੇ ਨਾਲ ਪਾਣੀ ਦਾ ਇਸਤੇਮਾਲ ਕਰਦੇ, ਲੇਕਿਨ ਅਸੀਂ ਅੱਜ ਵੀ ਪਾਣੀ ਨੂੰ ਉਹਦੀ ਕੀਮਤ ਦੇ ਨਾਲ ਆਂਕ ਨਹੀਂ ਰਹੇ। ਅਸੀਂ ਵੇਸਟੇਜ ਜਿਹੜੀ ਹੈ
ਕਈ ਵਾਰੀ ਪਬਲਿਕ ਟੈਪਸ ਜਿਹੜੀਆਂ ਬਹੁਤ ਵਾਰੀ ਸਾਨੂੰ ਖੁੱਲੀਆਂ ਨਜ਼ਰ ਆਉਂਦੀਆਂ, ਜਿਹਦੇ ਨਾਲ ਪਾਣੀ ਦੀ ਬਹੁਤ ਜ਼ਿਆਦਾ ਵੇਸਟੇਜ ਹੁੰਦੀ। ਸਰ, ਇੱਕ ਸਵੱਛਤਾ ਦੇ ਵਿੱਚ ਸਭ ਤੋਂ ਵੱਡੀ ਰੁਕਾਵਟ ਜਿਹੜੀ ਸਾਨੂੰ ਦੇਖਣ ਨੂੰ ਮਿਲਦੀ ਹੈ ਪਲਾਸਟਿਕ ਦੇ ਪੋਲੀ ਬੈਗਸ। ਅਕਸਰ ਦੇਖਦੇ ਹਾਂ ਕਿ ਕੂੜੇ ਦੇ ਲੰਬੇ ਲੰਬੇ ਅੰਬਾਰ ਸਾਨੂੰ ਦਿਖਦੇ ਆ ਔਰ ਲਿਫਾਫੇ ਉੜ ਕੇ ਬਹੁਤ ਦੂਰ ਦੂਰ ਸਾਡੀਆਂ ਨਾਲੀਆਂ ਬਲੌਕ ਕਰਦੇ ਆ, ਨਾਲੇ ਬਲੌਕ ਕਰਦੇ, ਨਦੀਆਂ ਦਾ ਪਾਣੀ ਸਾਰਾ, ਔਰ ਇਹਦੇ ਨਾਲ ਕਈ ਜਾਨਵਰ ਜਿਹੜੇ ਆ ਉਹ ਵੀ ਬਿਮਾਰ ਹੁੰਦੇ ਆ, ਜਿਹੜੇ ਉਹਨੂੰ ਖਾ ਲੈਂਦੇ ਆ ਗੰਦਗੀ ਦੇ ਰੂਪ ਦੇ ਵਿੱਚ। ਪਲਾਸਟਿਕ ਦੇ ਬਹੁਤ ਅਭਿਆਨ ਚੱਲੇ ਕਿ ਇਹਨੂੰ ਅਸੀਂ ਜਿਹੜਾ ਬੰਦ ਕੀਤਾ ਜਾਏ, ਕਿੰਨੇ ਕ੍ਰੋਮੀਅਮ ਤੱਕ ਇਸ ਦੀ ਅਵੇਲੇਬਿਲਿਟੀ ਹੋ ਸਕਦੀ, ਇਹੋ ਜਿਹੇ ਬਹੁਤ ਸਾਰੇ ਅਭਿਆਨ ਲੇਕਿਨ ਕਾਮਯਾਬ ਨਹੀਂ ਹੋਏ। ਕਿਉਂ ਨਹੀਂ ਫੈਕਟਰੀਆਂ ਜਿੱਥੇ ਇਹ ਯੂਨਿਟਸ ਜਿਹੜੇ ਤਿਆਰ ਕਰਦੇ ਆ ਉੱਥੇ ਇਹ ਸੱਟ ਮਾਰੀ ਜਾਂਦੀ? ਸੋ ਇਹ ਕਾਰਪੋਰੇਸ਼ਨ ਦੇ ਕੋਲੋਂ ਬੜੀ ਅਹਿਮ ਉਮੀਦ ਕੀਤੀ ਜਾਂਦੀ ਹੈ ਕਿ ਉਹ ਛੋਟੇ ਛੋਟੇ ਦੁਕਾਨਦਾਰਾਂ ਤੋਂ ਪਹਿਲਾਂ ਅਗਰ ਉੱਥੇ ਹੀ ਅਗਰ ਇਹ ਕਰਨ ਤਾਂ ਇਹ ਪੋਸੀਬਲ ਹੋ। ਕੀ ਤੁਸੀਂ ਕੀ ਸੋਚਦੇ ਹੋ? ਬਿਲਕੁਲ ਠੀਕ ਗੱਲ ਆ। ਪੋਲੀਥੀਨ ਇਸ ਵੇਲੇ ਦੀ ਸਮੇਂ ਦੀ ਸਭ ਤੋਂ ਵੱਡਾ ਜ਼ਹਿਰ ਦੇ ਰੂਪ ਦੇ ਵਿੱਚ ਇੱਕ ਦਾਨਵ ਕ੍ਰੀਏਟ ਹੋ ਗਿਆ ਸਾਡੇ ਸਾਹਮਣੇ, ਔਰ ਇਹਦੇ ਉੱਤੇ ਕੰਟਰੋਲ ਕਰਨਾ ਇਸ ਵੇਲੇ ਬਹੁਤ ਜ਼ਿਆਦਾ ਜ਼ਰੂਰੀ ਹੈ। ਪਿਛਲੇ ਸਾਲ 1 ਜੁਲਾਈ ਤੋਂ ਗਵਰਨਮੈਂਟ ਨੇ ਪੂਰਨ ਰੂਪ ਦੇ ਉੱਤੇ ਇਹਦੇ 'ਤੇ ਪ੍ਰਤੀਬੰਧ ਲਗਾ ਦਿੱਤਾ ਹੈ ਸਿੰਗਲ ਯੂਜ਼ ਪਲਾਸਟਿਕ 'ਤੇ, ਪਰੰਤੂ ਦੇਖਣ ਦੇ ਵਿੱਚ ਇਹ ਆਇਆ ਕਿ ਜਿਹੜੀਆਂ ਫੈਕਟਰੀਆਂ ਹੈਗੀਆਂ ਉਹ ਕਿਸੇ ਦੂਰ ਦੁਰਾਡੇ ਏਰੀਆ 'ਚ ਹੁੰਦੀਆਂ, ਰਾਤ ਬਰਾਤੇ ਉੱਥੋਂ ਆਟੋ ਦੇ ਵਿੱਚ ਜਾਂ ਕਿਸੇ ਚੀਜ਼ ਦੇ ਵਿੱਚ ਉਹ ਲਿਫਾਫੇ ਆ ਕੇ ਸ਼ਹਿਰਾਂ 'ਚ ਵਿਕਦੇ ਆ, ਉਹ ਫਿਰ ਥੋੜ੍ਹੇ ਥੋੜ੍ਹੇ ਕਰਕੇ ਰੇਹੜੀਆਂ ਸਟਾਲਾਂ ਦੇ ਉੱਤੇ ਚੱਲ ਜਾਂਦੇ ਆ। ਅਸੀਂ ਚਲਾਨ ਵੀ ਕੱਟਦੇ ਆ, ਹਰ ਜਗ੍ਹਾ ਸਖਤੀ ਵੀ ਹੁੰਦੀ ਆ, ਪਰੰਤੂ ਫਿਰ ਸਮਾਜ ਦੇ ਵਿੱਚੋਂ ਇੱਕ ਤਰ੍ਹਾਂ ਦਾ ਸਾਡੇ 'ਤੇ ਪ੍ਰੈਸ਼ਰ ਕ੍ਰੀਏਟ ਹੁੰਦਾ ਕਿ ਦੇਖੋ ਗਰੀਬ ਬੰਦੇ ਦੇ ਨਾਲ ਤੁਸੀਂ ਉਹਨੂੰ ਪੋਲੀਥੀਨ ਨੂੰ ਫੜਨ ਚਲੇ ਗਏ ਜਾਂ ਟੀਮ ਨੇ ਉਹਦਾ ਚਲਾਨ ਕੱਟ ਦਿੱਤਾ, ਉਹਨੇ ਉਨੀ ਦਿਹਾੜੀ ਦੇ ਪੈਸੇ ਨਹੀਂ ਕਮਾਏ ਹੋਣੇ, ਉਸ ਤਰ੍ਹਾਂ ਦਾ ਵੀ ਸਾਡੇ 'ਤੇ ਇੱਕ ਪ੍ਰੈਸ਼ਰ ਹਮੇਸ਼ਾ ਰਹਿੰਦਾ। ਲੇਕਿਨ ਗੱਲ ਫਿਰ ਉੱਥੇ ਹੀ ਆ ਕੇ ਮੁੱਕਦੀ ਆ ਕਿ ਜੇ ਅਸੀਂ ਸਾਰੇ ਜਾਣੇ ਪ੍ਰਣ ਕਰ ਲਈਏ ਕਿ ਮੇਰੇ ਸਕੂਟਰ ਦੇ ਵਿੱਚ, ਮੇਰੇ ਸਾਈਕਲ 'ਤੇ, ਮੇਰੀ ਕਾਰ ਦੇ ਵਿੱਚ ਮੈਂ ਆਪਣਾ ਥੈਲਾ ਹਮੇਸ਼ਾ ਨਾਲ ਰੱਖਾਂ, ਔਰ ਪੋਲੀਥੀਨ ਦੀ ਫਿਰ ਸਾਨੂੰ ਲੈਣ ਦੀ ਜ਼ਰੂਰਤ ਨਹੀਂ ਰਹੇਗੀ। ਔਰ ਅਕਸਰ ਸਭ ਤੋਂ ਜ਼ਿਆਦਾ ਜਿਹੜੇ ਪੋਲੀਥੀਨ ਹੈਗੇ ਆ ਉਹ ਸਬਜ਼ੀਆਂ ਫਰੂਟਸ ਦੀਆਂ ਦੁਕਾਨ 'ਤੇ ਆਉਂਦੇ ਆ, ਇੱਕ ਦੇ ਵਿੱਚ ਇੱਕ ਚੀਜ਼ ਪਾਤੀ, ਫਿਰ ਦੂਸਰੀ ਆਈਟਮ ਦੂਸਰੇ 'ਚ ਪਾਤੀ, ਤੀਸਰੇ 'ਚ ਪਾਤੀ, ਫਿਰ ਇੱਕ ਵੱਡੇ ਲਿਫਾਫੇ 'ਚ ਪਾਤੀ, ਔਰ ਫਿਰ ਅਸੀਂ ਉਹਨੂੰ ਕਹਿੰਦੇ ਕਿ ਇਹਨੂੰ ਹੁਣ ਡਬਲ ਕਰ ਦੇ, ਫਟ ਨਾ ਜਾਵੇ ਜੀ। ਸੋ ਇਹ ਚੀਜ਼ਾਂ ਤੋਂ ਸਾਨੂੰ ਆਪਣੀ ਥੋੜ੍ਹੀ ਜਿਹੀ ਜ਼ਿੰਮੇਵਾਰੀ ਜੇ ਆਪਾਂ ਕਰ ਲਈਏ, ਅਸੀਂ ਇੱਕ ਕਦਮ ਪ੍ਰਸ਼ਾਸਨ ਦਾ, ਸਰਕਾਰ ਦਾ ਸਾਥ ਦੇ ਦਈਏ ਪਬਲਿਕ ਹੋਣ ਦੇ ਨਾਤੇ, ਤਾਂ ਰਿਜ਼ਲਟ ਉਹਦੇ ਜਿਹੜੇ ਹੈਗੇ ਆ ਉਹ ਕਈ ਮੈਨੀਫੋਲਡ ਜਿਹੜੇ ਆ ਉਹ ਚੇਂਜ ਹੋ ਜਾਂਦੇ ਆ। ਸੋ ਮੈਂ ਇਹੀ ਤੁਹਾਡੇ ਮਾਧਿਅਮ ਰਾਹੀਂ ਇਹ ਤਵੱਕੋ ਕਰਾਂਗਾ ਸਾਰਿਆਂ ਤੋਂ ਕਿ ਆਪਾਂ ਪੋਲੀਥੀਨ ਦੀ ਗੱਲ ਜੇ ਕਰਦੇ ਹਾਂ ਤਾਂ ਉਹ ਕਦੀ ਵੀ ਖਤਮ ਹੋਣ ਵਾਲੀ ਚੀਜ਼ ਨਹੀਂ ਹੈਗੀ। ਉਹਨੇ ਸਾਰੇ ਇਨਵਾਇਰਨਮੈਂਟ ਨੂੰ ਸਾਡੇ ਨੂੰ ਖਰਾਬ ਕਰ ਦੇਣਾ ਹੈਗਾ। ਜਿੱਥੇ ਇੱਕ ਪੇੜ ਪੌਦਾ ਉੱਗ ਸਕਦਾ ਸੀਗਾ, ਉੱਥੇ ਜੇ ਪਲਾਸਟਿਕ ਦਾ ਟੁਕੜਾ ਰਹਿ ਜਾਏਗਾ, ਉਹਨੇ ਕਦੀ ਖਤਮ ਨਹੀਂ ਹੋਣਾ, ਉੱਥੇ ਉਹ ਬੀਜ ਕਦੀ ਨਹੀਂ ਪਨਪ ਸਕਦਾ। ਸੋ ਆਪਾਂ ਆਪਣੇ ਬੱਚਿਆਂ ਦੇ ਮਾਧਿਅਮ ਰਾਹੀਂ ਸਕੂਲਾਂ 'ਚੋਂ ਹੁਣ ਇਹੀ ਸਿੱਖਿਆ ਦੇ ਰਹੇ ਹਾਂ ਸਾਰਿਆਂ ਨੂੰ ਕਿ ਅਵੇਅਰ ਹੋਵੋ ਇਸ ਚੀਜ਼ ਦੇ ਉੱਤੇ, ਤਾਂ ਸ਼ਾਇਦ ਆਉਣ ਵਾਲੇ ਟਾਈਮ 'ਚ ਇਹਦੇ ਰਿਜ਼ਲਟਸ ਵਧੀਆ ਆ ਜਾਣਗੇ। ਸੋ ਪਲਾਸਟਿਕ ਬਹੁਤ ਇੱਕ ਸਾਡੇ ਕਹਿ ਸਕਦੇ ਕਿ ਵਾਤਾਵਰਨ ਨੂੰ ਦੂਸ਼ਿਤ ਕਰਨ ਵਾਲਾ ਇੱਕ ਐਸਾ ਆਬਸਟੈਕਲ ਜਿਹੜਾ ਸਾਡੇ ਰਸਤੇ ਵਿੱਚ ਸਾਨੂੰ ਨਜ਼ਰ ਆਉਂਦਾ ਪਿਆ। ਸੋ ਇਹਦੇ ਉੱਤੋਂ ਸਾਨੂੰ ਕਿਤੇ ਨਾ ਕਿਤੇ ਪਾਰ ਪਾਉਣਾ ਪਏਗਾ, ਔਰ ਜਿੰਨੀ ਦੇਰ ਤੇ ਅਸੀਂ ਜਾਗਰੂਕ ਨਹੀਂ ਹੋਵਾਂਗੇ, ਅਸੀਂ ਦੂਸਰਿਆਂ ਨੂੰ ਜਾਗਰੂਕ ਨਹੀਂ ਕਰਾਂਗੇ, ਉਨੀ ਦੇਰ ਤੱਕ ਅਸੀਂ ਪਲਾਸਟਿਕ ਵਰਗੀ ਜਿਹੜੀ ਇਹ ਪੋਲੀ ਬੈਗਸ ਹੈ ਇਸ ਦਾ ਛੁਟਕਾਰਾ ਨਹੀਂ ਹੋ ਸਕਦਾ। ਸਰ ਨੇ ਹੁਣ ਸਕੂਲਾਂ ਕਾਲਜਾਂ ਦੀ ਗੱਲ ਕੀਤੀ, ਬੱਚਿਆਂ ਦੀ ਗੱਲ ਕੀਤੀ। ਮੈਂ ਡਾਕਟਰ ਸਾਹਿਬ ਤੁਹਾਡੇ ਕੋਲੋਂ ਕਿ ਸਕੂਲੀ ਬੱਚੇ ਜਦੋਂ ਇਸ ਮੁਹਿੰਮ ਦੇ ਵਿੱਚ ਜੁੜ ਜਾਂਦੇ ਆ ਤਾਂ ਲੱਗਦਾ ਕਿ ਸ਼ਾਇਦ ਅਸੀਂ ਭਵਿੱਖ ਦੀ ਜਿਹੜੀ ਆ ਉਹ ਨੀਂਵ ਰੱਖ ਲੈਂਦੇ ਹਾਂ ਜਾਂ ਉਸ ਨੂੰ ਬਿਹਤਰ ਜਿਹੜਾ ਸਮਾਜ ਉਹ ਸਿਰਜ ਸਕਦੇ। ਸੋ ਕਿੰਨਾ ਕੁ ਇੰਪੋਰਟੈਂਟ ਹੁੰਦਾ ਬੱਚੇ ਜਦੋਂ ਇਸ ਮੁਹਿੰਮ ਦੇ ਵਿੱਚ ਜੁੜਦੇ? ਇਹ ਬਹੁਤ ਵੱਡਾ ਯੋਗਦਾਨ ਦਿੰਦੇ ਜੀ ਸਾਡਾ ਜਿਹੜਾ ਬੱਚੇ ਆ, ਕਿਉਂਕਿ ਕੱਲ ਨੂੰ ਆਉਣ ਵਾਲੇ ਉਹ ਦੇਸ਼ ਦਾ ਭਵਿੱਖ ਨੇ। ਤੇ ਤੁਸੀਂ ਦੇਖਿਆ ਹੋਣਾ ਜਦੋਂ ਵੀ ਸਾਡੇ ਪ੍ਰਧਾਨ ਮੰਤਰੀ ਜੀ ਨੇ ਮੁਹਿੰਮ ਅੱਜ ਤੋਂ 9 ਸਾਲ ਪਹਿਲਾਂ ਚਲਾਈ ਸੀ, ਤੇ ਅੱਜ ਉਹਦਾ ਸਿੱਧਾ ਬੱਚਿਆਂ ਉੱਤੇ ਕਿਤੇ ਵੱਡਿਆਂ ਨਾਲੋਂ ਜ਼ਿਆਦਾ ਉੱਤੇ ਅਸਰ ਦਿਖਾਈ ਦਿੰਦਾ। ਤੁਸੀਂ ਆਮ ਤੌਰ ਤੇ ਮੈਂ ਜੋ ਦੇਖਦਾ ਹਾਂ ਕਿ ਲੋਕ ਆਮ ਤੌਰ ਤੇ ਕਾਰਾਂ ਦੇ ਵਿੱਚੋਂ ਲਿਫਾਫੇ ਬਾਹਰ ਸੁੱਟ ਦਿੰਦੇ ਸੀਗੇ, ਤੇ ਅੱਜ ਦੇਖਣ ਨੂੰ ਮਿਲਦਾ ਕਿ ਬੱਚੇ ਆਪਣੇ ਮਾਪੇ ਨੂੰ ਵੀ ਰੋਕਦੇ ਆ ਵੀ ਭਾਈ ਇਹਨੂੰ ਆਪਾਂ ਘਰ ਜਾ ਕੇ ਡਿਸਪੋਜ਼ ਕਰਾਂਗੇ ਜਾਂ ਘਰ ਜਾ ਕੇ ਕੂੜੇਦਾਨ ਸਿੱਟਾਂਗੇ। ਸੋ ਇਹਦਾ ਬਹੁਤ ਹੀ ਵੱਡਾ ਅਸਰ ਆਇਆ ਬੱਚਿਆਂ ਉੱਤੇ, ਕਿਉਂਕਿ ਸਾਡਾ ਆਉਣ ਵਾਲਾ ਭਵਿੱਖ ਬੱਚਿਆਂ ਨੇ, ਇਹਨਾਂ ਨੇ ਹੀ ਆ ਕੇ ਸਾਡੇ ਮੁਲਕ ਨੂੰ ਅੱਗੇ ਲੈ ਕੇ ਜਾਣਾ। ਜਦੋਂ ਇਹਨਾਂ ਦੇ ਜ਼ਿਹਨ 'ਚ ਆ ਗਿਆ ਕਿ ਮੇਰਾ ਜਿਹੜਾ ਕੂੜਾ ਆ ਮੇਰੀ ਜ਼ਿੰਮੇਵਾਰੀ ਆ, ਮੈਂ ਹੀ ਇਹਨੂੰ ਐਂਡ ਤੱਕ ਪਹੁੰਚਾਉਣਾ ਹੈਗਾ, ਤੇ ਆਉਣ ਵਾਲਾ ਸਮਾਂ ਉਹ ਦਿਨ ਦੂਰ ਨਹੀਂ ਜਿੱਦਣ ਆਪਣੇ ਦੇਸ਼ ਦੇ ਵਿੱਚ ਬਿਮਾਰੀਆਂ ਵੀ ਖਤਮ ਹੋਣਗੀਆਂ ਤੇ ਕੂੜਾ ਵੀ ਖਤਮ ਹੋਏਗਾ ਜੀ। ਸਰ, ਚੂँਕਿ ਤੁਹਾਡਾ ਡਾਇਰੈਕਟ ਕੰਟੈਕਟ ਲੋਕਲ ਬਾਡੀਜ਼ ਦੇ ਨਾਲ ਰਹਿੰਦਾ, ਮਿਊਨਿਸਪਲ ਕਾਉਂਸਲਰ ਹੋਣ ਜਾਂ ਕਾਰਪੋਰੇਸ਼ਨ ਦੇ ਹੋਰ ਅਧਿਕਾਰੀ ਹੋਣ, ਜਦੋਂ ਇਹ ਅਧਿਕਾਰੀ ਜਾਂ ਇਹ ਕਾਉਂਸਲਰ ਸੰਵੇਦਨਸ਼ੀਲ ਹੋ ਜਾਂਦੇ ਵਾਤਾਵਰਨ ਨੂੰ ਲੈ ਕੇ, ਤਾਂ ਕਿੰਨਾ ਕੁ ਪ੍ਰਭਾਵ ਜਿਹੜਾ ਤੁਸੀਂ ਉਹ ਦੇਖਦੇ? ਬਹੁਤ ਜ਼ਿਆਦਾ ਹੁੰਦਾ, ਬਹੁਤ ਡਾਇਰੈਕਟਲੀ ਇਸ ਚੀਜ਼ ਦਾ ਅਸਰ ਹੁੰਦਾ।
ਕਿਉਂਕਿ ਓਫੀਸ਼ੀਅਲੀ ਜਦੋਂ ਅਸੀਂ ਕੋਈ ਚੀਜ਼ ਕਹਿੰਦੇ ਆ ਪਬਲਿਕ ਦੇ ਵਿੱਚ ਤਾਂ ਲੋਕੀ ਉਸ ਚੀਜ਼ ਨੂੰ ਇੱਕ ਰੂਟੀਨ ਆਈਟਮ ਸਮਝਦੇ ਆ, ਇੱਕ ਸਰਕਾਰੀ ਆਦੇਸ਼ ਸਮਝਦੇ ਆ। ਲੇਕਿਨ ਜਦੋਂ ਸ਼ਹਿਰ ਦੀ ਕੋਈ ਪਰਸਨੈਲਿਟੀ ਜਾਂ ਸ਼ਹਿਰ ਦਾ ਕੋਈ ਮੋਤਬਰ ਬੰਦਾ ਪੋਲੀਟੀਕਲੀ ਸੋਸ਼ਲੀ ਉਸ ਚੀਜ਼ ਨੂੰ ਜਦੋਂ ਪਬਲਿਕ ਦੇ ਅੱਗੇ ਉਸ ਚੀਜ਼ ਨਾਲ ਰੱਖਦਾ ਤੇ ਉਹ ਲੋਕਾਂ ਦੇ ਉੱਤੇ ਉਸ ਚੀਜ਼ ਦਾ ਡਾਇਰੈਕਟ ਇੰਪੈਕਟ ਆਉਂਦਾ ਹੈਗਾ। ਧਾਰਮਿਕ ਸ਼ਖਸੀਅਤਾਂ ਹੋ ਗਈਆਂ, ਮੈਂ ਆਪਣੇ ਹੁਸ਼ਿਆਰਪੁਰ ਦੀ ਗੱਲ ਕਰਾਂਗਾ ਤਾਂ ਉੱਥੇ ਅਸੀਂ ਇੱਕ ਬੱਚੀ ਹੈ, ਉਹ ਬੈਡਮਿੰਟਨ ਚੈਂਪੀਅਨ ਹੈ, ਵਰਲਡ ਚੈਂਪੀਅਨ ਹੈ, ਉਸ ਨੂੰ ਅਸੀਂ ਬ੍ਰਾਂਡ ਐਂਬੈਸਡਰ ਆਪਣਾ ਬਣਾਇਆ ਹੈਗਾ। ਤਾਂ ਉਹ ਜਦੋਂ ਲੋਗੋ ਲੈ ਕੇ, ਉਹ ਜਦੋਂ ਫੋਟੋ ਲੈ ਕੇ, ਇੱਕ ਬੈਨਰ ਲੈ ਕੇ ਬੱਚਾ ਸਾਡੇ ਨਾਲ ਜਦੋਂ ਉਸ ਮੂਵ 'ਚ ਸ਼ਾਮਿਲ ਹੁੰਦਾ ਤਾਂ ਉਸ ਚੀਜ਼ ਦਾ ਡਾਇਰੈਕਟ ਤੌਰ ਤੇ ਲੋਕਾਂ ਦੇ ਉੱਤੇ, ਨਵੀਂ ਜਨਰੇਸ਼ਨ ਦੇ ਉੱਤੇ ਬਹੁਤ ਜ਼ਿਆਦਾ ਅਸਰ ਪੈਂਦਾ ਹੈਗਾ। ਸੋ ਇਹਦੇ ਵਿੱਚ ਬਹੁਤ ਇੰਪੋਰਟੈਂਟ ਹੈ ਕਿ ਹਰ ਵਿਅਕਤੀ ਦੀ ਸ਼ਮੂਲੀਅਤ ਜਿਹੜੀ ਹੈ ਉਹ ਹੋਣੀ ਚਾਹੀਦੀ। ਜਦੋਂ ਹਰ ਵਿਅਕਤੀ ਇਸ ਅਭਿਆਨ ਦੇ ਨਾਲ ਜੁੜੇਗਾ ਤਾਂ ਹੀ ਇਹ ਅਭਿਆਨ ਜਿਹੜਾ ਸਾਰਥਕ ਹੋ ਸਕਦਾ। ਸਰ, ਭਾਰਤ ਨੂੰ ਅਗਰ ਗੱਲ ਕਰੀਏ ਤਾਂ ਬਹੁਤ ਸਾਡਾ ਰਿਲੀਜੀਅਸ ਟੂਰਿਜ਼ਮ ਬਹੁਤ ਜ਼ਿਆਦਾ ਹੈ। ਬਹੁਤ ਸਾਰੇ ਹੋਰ ਹਿਸਟੋਰੀਕਲ ਪਲੇਸਿਸ ਹੈ ਜਿੱਥੇ ਵਰਲਡ ਓਵਰ ਦੁਨੀਆ ਭਰ ਤੋਂ ਲੋਕੀ ਸੈਲਾਨੀ ਜਿਹੜੇ ਭਾਰਤ ਆਉਂਦੇ। ਲੇਕਿਨ ਜਦੋਂ ਅਸੀਂ ਇਹਨਾਂ ਜਗ੍ਹਾ ਤੋਂ ਥੋੜ੍ਹੇ 2 ਕਦਮ ਹੀ ਚੱਲਦੇ ਹਾਂ ਜਾਂ ਇਹਨਾਂ ਦੀ ਐਂਟਰੈਂਸ ਦੇ ਲਾਗੇ ਪਹੁੰਚ ਰਹੇ ਤਾਂ ਸਾਨੂੰ ਕਈ ਵਾਰ ਕੂੜੇ ਦੇ ਢੇਰ ਨਜ਼ਰ ਆਉਂਦੇ। ਇਮੇਜ ਜਿਹੜੀ ਆ ਉਹ ਦੇਸ਼ ਦੀ ਕਿਤੇ ਨਾ ਕਿਤੇ ਖਰਾਬ ਹੁੰਦੀ। ਸੋ ਇਸ ਨੂੰ ਕਿੱਦਾਂ ਐਡਰੈਸ ਕੀਤਾ ਜਾ ਸਕਦਾ, ਕਿੱਦਾਂ ਸੁਧਾਰਿਆ ਜਾ ਸਕਦਾ? ਬਿਲਕੁਲ ਜੀ, ਇਹ ਬਹੁਤ ਵੱਡਾ ਆਪਾਂ ਇੱਕ ਆਪਣੀ ਛਾਪ ਛੱਡਦੇ ਹਾਂ ਪੂਰੀ ਦੁਨੀਆ ਦੇ ਉੱਤੇ ਕਿ ਕਿੰਨਾ ਕੁ ਦੇਸ਼ ਕੋਈ ਸਾਫ਼ ਸੁਥਰਾ। ਚਾਹੇ ਅਸੀਂ ਅੱਜ ਦੀ ਗੱਲ ਕਰੀਏ ਤਾਂ ਆਪਾਂ ਕਹਿੰਦੇ ਜੀ ਬਾਹਰਲੇ ਵੈਸਟਰਨ ਜਿਹੜੀਆਂ ਕੰਟਰੀਆਂ ਹੈਗੀਆਂ ਬਹੁਤ ਸਾਫ਼ ਸੁਥਰੀਆਂ ਆ, ਉੱਥੇ ਹੈਲਥ ਦਾ ਬਹੁਤ ਵਧੀਆ ਹੈਗਾ। ਪਰ ਸਾਡੇ ਜਦੋਂ ਅਸੀਂ ਸੈਲਾਨੀ ਬਣ ਕੇ ਘੁੰਮਣ ਜਾਂਦੇ ਹਾਂ, ਚਾਹੇ ਜਦੋਂ ਆਪਾਂ ਪਰਿਵਾਰ ਲੈ ਕੇ ਆਪਾਂ ਕਿਤੇ ਪਿਕਨਿਕ ਦੇ ਉੱਤੇ ਜਾਂਦੇ ਹਾਂ, ਤੇ ਆਮ ਤੌਰ ਤੇ ਸਾਡੀ ਸਭ ਤੋਂ ਵੱਡੀ ਗਲਤੀ ਇਹ ਹੁੰਦੀ ਜਿੱਥੇ ਖਾਧਾ ਉੱਥੇ ਹੀ ਆਪਾਂ ਗੋਲ ਜਿਹਾ ਕਰਕੇ ਲਿਫਾਫਾ ਉਹ ਸਾਈਡ ਨੂੰ ਸਿੱਟ ਕੇ ਆ ਜਾਂਦੇ ਹਾਂ। ਜਦ ਕਿ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਗਰ ਅਸੀਂ ਉਸ ਇਲਾਕੇ ਨੂੰ ਜਿਹਨੂੰ ਘੁੰਮਣ ਦਾ ਟੂਰਿਸਟ ਪਲੇਸ ਬਣਾਈ ਗਈ ਆ, ਉਹਨੂੰ ਜਦ ਤੱਕ ਸੋਹਣਾ ਨਹੀਂ ਰੱਖਾਂਗੇ ਤਦ ਤੱਕ ਅਸੀਂ ਹੋਰ ਸੈਲਾਨੀ ਕਿੱਦਾਂ ਆਉਣਗੇ। ਇਹੀ ਸਭ ਤੋਂ ਵੱਡਾ ਕਾਰਨ ਹੈਗਾ ਕਿ ਸਾਡੇ ਬਹੁਤ ਸਾਰੀ ਜਗ੍ਹਾ, ਅਗਰ ਮੈਂ ਗੱਲ ਕਰਾਂ ਪੂਰੇ ਭਾਰਤ ਵਰਸ਼ ਦੀ, ਪੂਰੇ ਦੁਨੀਆ ਇੰਡੀਆ ਦੀ, ਤੇ ਸਾਡੇ ਕੋਲ ਮੇਰਾ ਖਿਆਲ ਇੰਨੀਆਂ ਕੁ ਜਗ੍ਹਾ ਹੈਗੀਆਂ ਜਿੰਨੀਆਂ ਕਿ ਪੂਰੀ ਦੁਨੀਆ 'ਚ ਨਹੀਂ ਘੁੰਮਣ ਨੂੰ ਜਗ੍ਹਾ ਹੈਗੀਆਂ। ਪਰ ਸਾਡੇ ਉੱਥੇ ਗੰਦਗੀ ਇੰਨੀ ਹੋਣ ਕਰਕੇ ਬਹੁਤ ਸਾਰੇ ਲੋਕ ਉੱਥੇ ਜਾਂਦੇ ਹੀ ਨਹੀਂ, ਕਿਉਂਕਿ ਉੱਥੇ ਥਾਂ ਥਾਂ ਤੇ ਕੂੜਾ ਪਿਆ ਹੈਗਾ। ਸੋ ਇਹ ਸਾਡੇ ਭਾਰਤ ਵਾਸੀਆਂ ਨੂੰ ਸਾਡੇ ਦਿਲਾਂ ਦੇ ਵਿੱਚ ਹੋਣਾ ਚਾਹੀਦਾ ਕਿ ਅਸੀਂ ਆਪਣੇ ਮੁਲਕ ਨੂੰ, ਇਹ ਸਾਡਾ ਦੂਜਾ ਘਰ ਹੈ, ਪਹਿਲਾ ਘਰ ਸਾਡਾ ਆਪਣਾ ਘਰ ਆ, ਦੂਜਾ ਸਾਡਾ ਘਰ ਸਾਡਾ ਮੁਲਕ ਆ। ਉਸ ਮੁਲਕ ਨੂੰ ਸਫਾਈ ਕਰਨਾ, ਉਸ ਮੁਲਕ ਦੇ ਉੱਤੇ ਧਿਆਨ ਦੇਣਾ ਸਾਡਾ ਸਾਰਿਆਂ ਦਾ ਫਰਜ਼ ਹੈ ਜੀ। ਸਰ, ਅੱਜ ਦੇ ਸਮੇਂ ਵਿੱਚ ਵੀ ਅਗਰ ਗੱਲ ਕਰੀਏ ਕਿਤੇ ਨਾ ਕਿਤੇ ਸਾਨੂੰ ਖੁੱਲ੍ਹੇ ਵਿੱਚ ਸ਼ੌਚ ਜਿਹੜਾ ਉਹ ਵੀ ਦੇਖਣ ਨੂੰ ਮਿਲਦਾ। ਹਾਲਾਂਕਿ ਇਹਦੇ ਵਿੱਚ ਬਹੁਤ ਜ਼ਿਆਦਾ ਕੰਮ ਹੋ ਚੁੱਕਾ, ਬਹੁਤ ਸਾਰਾ ਸੁਧਾਰ ਹੋ ਚੁੱਕਾ, ਲੇਕਿਨ ਇਹਦੇ ਨਾਲ ਵੀ ਗੰਦਗੀ ਜਿਹੜੀ ਬਹੁਤ ਪਨਪਦੀ ਹੈ। ਜੇ ਕਿਤੇ ਇਹੋ ਜਿਹੇ ਲੋਕ ਜਿਨ੍ਹਾਂ ਦੇ ਕੋਲ ਅੱਜ ਦੇ ਸਮੇਂ ਵਿੱਚ ਵੀ ਆਪਣੇ ਟਾਇਲਟਸ ਨਹੀਂ ਹੈਗੇ ਤਾਂ ਸਰਕਾਰ ਵੱਲੋਂ ਕੀ ਸਕੀਮ ਹੈ ਜਾਂ ਕਿਸ ਤਰੀਕੇ ਨਾਲ ਉਹ ਕਾਰਪੋਰੇਸ਼ਨ ਨਾਲ ਸੰਪਰਕ ਕਰ ਸਕਦੇ ਤਾਂ ਕਿ ਇਸ ਪ੍ਰਥਾ ਨੂੰ ਟੋਟਲੀ ਰੋਕਿਆ ਜਾ ਸਕੇ? ਦੇਖੋ ਸੰਜੀਵ ਜੀ, ਜਿਹੜਾ ਸਵੱਛ ਭਾਰਤ ਮਿਸ਼ਨ ਅਭਿਆਨ ਜਿਹੜਾ ਸ਼ੁਰੂ ਹੋਇਆ 2 ਅਕਤੂਬਰ 2014 ਤੋਂ, ਉਹਦਾ ਮੇਨ ਕੰਪੋਨੈਂਟ ਹੈਗਾ ਇੱਕ ODF, ਉਹਨੂੰ ਕਹਿੰਦੇ ਓਪਨ ਡੈਫੀਕੇਸ਼ਨ ਫ੍ਰੀ ਸਿਟੀ। ਹਰ ਸਿਟੀ ਦੇ ਲਈ, ਹਰ ਸ਼ਹਿਰ ਦੇ ਲਈ ਉਹਦੇ ਵਿੱਚ ਵੱਖਰੇ ਤੌਰ ਤੇ ਪਬਲਿਕ ਟਾਇਲਟ, ਕਮਿਊਨਿਟੀ ਟਾਇਲਟਸ ਦੇ ਲਈ ਵੱਖਰੇ ਵੱਖਰੇ ਤੌਰ ਤੇ ਜਿੰਨੀ ਤੁਹਾਡੀ ਰਿਕੁਆਇਰਮੈਂਟ ਆ ਸਰਕਾਰ ਵੱਲੋਂ ਉਹਦੇ ਲਈ ਗ੍ਰਾਂਟਸ ਅਵੇਲੇਬਲ ਆ ਜੀ। ਹਰ ਸ਼ਹਿਰ ਦੇ ਵਿੱਚ ਉਹ ਪਬਲਿਕ ਟਾਇਲਟਸ, ਕਮਿਊਨਿਟੀ ਟਾਇਲਟਸ, ਜਿੱਥੇ ਗਰੁੱਪ ਦੇ ਵਿੱਚ ਬੰਦੇ ਰਹਿੰਦੇ ਆ ਉੱਥੇ ਕਮਿਊਨਿਟੀ ਟਾਇਲਟਸ ਕ੍ਰੀਏਟ ਕੀਤੇ ਜਾ ਰਹੇ ਆ। ਪਹਿਲਾਂ ਨਾਲੋਂ ਬਹੁਤ ਇਸ ਚੀਜ਼ ਦਾ ਹੁਣ ਜਿਹੜਾ ਹੈਗਾ ਉਹ ਫਰਕ ਆ ਚੁੱਕਾ ਹੈਗਾ। ਲੇਕਿਨ ਬੜੀ ਇੱਕ ਸੋਚਣ ਵਾਲੀ ਸਾਡੀ ਗੱਲ ਹੈ ਕਿ ਦੇਸ਼ ਦੀ ਆਜ਼ਾਦੀ ਤੋਂ ਇੰਨੇ ਸਾਲਾਂ ਬਾਅਦ ਸਾਨੂੰ ਓਪਨ ਟਾਇਲਟਸ ਨੂੰ ਰੋਕਣ ਦੇ ਲਈ ਚਰਚਾ ਕਰਨੀ ਪੈ ਰਹੀ ਆ ਇਸ ਮੰਚ ਤੇ। ਤਾਂ ਬਹੁਤ ਵੱਡਾ ਇੱਕ ਚਿੰਤਾ ਦਾ ਵਿਸ਼ਾ ਹੋ ਜਾਂਦਾ ਕਿ ਆਪਾਂ ਕਿਸ ਦਿਸ਼ਾ ਵੱਲ ਜਾ ਰਹੇ ਹਾਂ। ਸਰਕਾਰ ਵੱਲੋਂ ਗ੍ਰਾਂਟਸ ਦੀ ਸਵੱਛ ਭਾਰਤ ਮਿਸ਼ਨ ਦੇ ਵਿੱਚ ਅਲੱਗ-ਅਲੱਗ ਕੰਪੋਨੈਂਟ ਦੇ ਵਿੱਚ ਕੋਈ ਕਮੀ ਨਹੀਂ ਹੈਗੀ ਜੀ। ਸਾਰੀਆਂ ਕੇਂਦਰ ਸਰਕਾਰ ਦੀਆਂ ਸਕੀਮਾਂ ਦੇ ਨਾਲ-ਨਾਲ ਜਿੰਨੀਆਂ ਵੀ ਸੂਬੇ ਦੀਆਂ ਸਰਕਾਰਾਂ ਦੇਸ਼ ਦੇ ਵਿੱਚ ਹੈਗੀਆਂ ਉਹ ਪੂਰੀ ਤਰ੍ਹਾਂ ਪਾਰਟਿਸਿਪੇਟ ਕਰ ਰਹੀਆਂ ਹੈਗੀਆਂ। ਔਰ ਇਹਦੇ ਵਿੱਚ ਗਵਰਨਮੈਂਟ ਵੱਲੋਂ ਕੰਪੀਟੀਸ਼ਨ ਵੀ ਰੱਖੇ ਜਾਂਦੇ, ਜਿਹੜੀ ਸਵੱਛਤਾ ਰੈਂਕਿੰਗ ਹੁੰਦੀ ਹੈਗੀ ਆ। ਤੋ ਓਪਨ ਡੈਫੀਕੇਸ਼ਨ ਫ੍ਰੀ ਜਿਹੜਾ ਹੈਗਾ ਇਹਦਾ ਇੱਕ ਮੇਨ ਕੰਪੋਨੈਂਟ ਹੈਗਾ। ਸੋ ਇਸ ਵਿਸ਼ੇ ਦੇ ਉੱਤੇ ਚਰਚਾ ਜਿਹੜੀ ਬਹੁਤ ਜ਼ਿਆਦਾ ਹੋਰ ਹੋ ਸਕਦੀ ਹੈ। ਆਸ ਕਰਦੇ ਹਾਂ ਕਿ ਸਾਡੇ ਜਿਹੜੇ ਦਰਸ਼ਕ ਹੈਗੇ ਇਸ ਵਿਸ਼ੇ ਦੇ ਉੱਤੇ ਉਹਨਾਂ ਨੂੰ ਭਰਪੂਰ ਜਾਣਕਾਰੀ ਮਿਲੀ ਹੋਏਗੀ। ਔਰ 1 ਤਰੀਕ ਨੂੰ 1 ਘੰਟਾ ਅਸੀਂ ਸਾਰੇ ਨਾਗਰਿਕਾਂ ਨੇ, ਭਾਰਤ ਵਾਸੀਆਂ ਨੇ ਦੇਸ਼ ਦੇ ਨਾਂ ਸ਼ਰਮਦਾਨ ਕਰਨਾ ਹੈ, ਸਫਾਈ ਕਰਨੀ ਹੈ, ਆਪਣੇ ਆਲੇ ਦੁਆਲੇ, ਆਪਣਾ ਵਾਤਾਵਰਨ, ਆਪਣਾ ਗਲੀ ਮੁਹੱਲਾ, ਕੋਈ ਵੀ ਪਬਲਿਕ ਪਲੇਸ ਜਿਹੜਾ ਉਸ ਦੇ ਵਿੱਚ ਆਪਣਾ ਵੱਧ ਚੜ੍ਹ ਕੇ ਯੋਗਦਾਨ ਪਾਉਣਾ ਹੈ ਔਰ ਪੂਰੇ ਭਾਰਤ ਨੂੰ ਸਵੱਛ ਜਿਹੜਾ ਬਣਾਉਣਾ ਹੈ। ਸਵੱਛਤਾ ਹੀ ਸੇਵਾ ਹੋ ਸਕਦੀ। ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਸ਼ੁਕਰੀਆ ਸਰ ਜੀ, ਬਹੁਤ ਬਹੁਤ ਸ਼ੁਕਰੀਆ।